ਜਨ ਜਸ ਵਿਸਤਾਰ ਬਾਣੀ ਅਰਜਨ ਬਾਣ ਜਿਨਾ ਬੰਦਨ ਪਦ ਸਿਰ ਧਾਰ ਸਿਕਤਾ ਕਨ ਤੇ ਮੇਰ ਕੀਓ ਮੇਰੋ ਤੇ ਕਨ ਕੀਨਾ ਸ੍ਰੀ ਗੋਬਿੰਦ ਸਿੰਘ ਨਵੇਂ ਮਮ ਕੇਵਲ ਦਾਨੀ ਦੀਨਾ ਪੂਰਨਾ ਦੇਖਿਓ ਆਤਮਾ ਦ્વੈਤ ਸਰਬ ਨਿਵਾਰ ਤਿਨ ਸੰਤਨ ਪਦ ਬੰਦਨਾ ਨਮੋ ਨਮੋ ਮਾਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਛਤਰ ਚੌਰ ਤਖਤ ਦੇ ਮਾਲਕ ਦਸਾਂ ਗੁਰਾਂ ਦੀ ਆਤਮਿਕ ਸਰੂਪ ਜਾਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜਿਸ ਪਾਵਨ ਪਵਿੱਤਰ ਸਥਾਨ 'ਤੇ ਆਪ ਜੀ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਲੈਂਦੇ ਹੋਏ ਪਹੁੰਚੇ ਹੋਏ ਜੇ। ਇਹ ਮਹਾਨ ਸਥਾਨ ਪੱਠੇ ਵਿੰਡਪੁਰ ਨਾਮ ਕਹੰਤੇ ਖੱਤਰੀ ਵੇਦੀ ਬਿਰਧ ਬਸੰਤੇ ਸੰਘ ਉਤੇ ਬਾਲਾ ਮਰਦਾਨਾ ਸ੍ਰੀ ਨਾਨਕ ਆਏ ਸਥਾਨਾ। ਇਸ ਮਹਾਨ ਸਥਾਨ ਉੱਤੇ ਸਤਿਗੁਰੂ ਮਹਾਰਾਜ ਦੇ ਪਿਤਾ ਪੁਰਖੀ ਪਿੰਡ ਪੱਠੇ ਪਿੰਡਪੁਰ ਲੋਹਾਰ ਜਿਸ ਸਥਾਨ ਉੱਤੇ ਆਪ ਜੀ ਸੰਗਤ ਬਿਰਾਜਮਾਨ ਦੇ ਬਾਬਾ ਲੱਖਾ ਸਿੰਘ ਜੀ ਬਾਬਾ ਕੁਲਵਿੰਦਰ ਸਿੰਘ ਜੀ ਇਸ ਸਥਾਨ ਉੱਤੇ ਸੇਵਾ ਕਰਵਾ ਰਹੇ। ਇਹ ਮਹਾਨ ਸਥਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਪ ਜੀ ਵੀ ਇਸ ਥਾਂ 'ਤੇ ਆਉਂਦੇ ਜੇ ਹਰ ਹਫ਼ਤੇ ਬਾਬਾ ਭੰਡਾਰੀ ਗੁਰਦੁਆਰੇ ਤੋਂ ਸੰਗਤ ਵੀ ਇੱਥੇ ਪਹੁੰਚਦੀ ਦਾਸ ਨੂੰ ਵੀ ਸੇਵਾ ਕਰਨ ਦਾ ਇੱਥੇ ਸੁਭਾਗ ਪ੍ਰਾਪਤ ਹੋਇਆ। ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਜੋ ਸਾਡੇ 'ਤੇ ਉਪਕਾਰ ਕੀਤੇ ਹੋਏ ਸਤਿਗੁਰੂ ਜੀ ਨੇ ਜੋ ਪਰਮਾਤਮਾ ਨੂੰ ਮਿਲਣ ਦਾ ਉਪਦੇਸ਼ ਦਿੱਤਾ ਹੋਇਆ ਸਮੇਂ ਸਮੇਂ ਅਨੁਸਾਰ ਗੁਰੂ ਸਾਹਿਬ ਇਹਨਾਂ ਦਾ ਪ੍ਰਕਾਸ਼ ਪੁਰਖ 27 ਨਵੰਬਰ ਨੂੰ ਆ ਰਿਹਾ। ਸਤਿਗੁਰੂ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਪਾਸ ਅਨੇਕ ਤਰ੍ਹਾਂ ਦੀ ਸੰਗਤ ਆਉਂਦੀ। ਗੁਰੂ ਸਾਹਿਬ ਉਹਨਾਂ ਨੂੰ ਸ਼ੁਭ ਉਪਦੇਸ਼ ਦਿੰਦੇ। ਜਿਸ ਸਮੇਂ ਗੁਰਦੇਵ ਨੂੰ ਸਕੂਲ ਪਾਂਡੇ ਪਾਸ ਪੜ੍ਹਨ ਵਾਸਤੇ ਭੇਜਿਆ ਗਿਆ ਪਾਂਡੇ ਨੂੰ ਗੁਰਦੇਵ ਕੁਝ ਉਪਦੇਸ਼ ਦਿੰਦੇ। ਉਹ ਉਪਦੇਸ਼ ਸਾਡੇ ਸਭ ਦੇ ਸੁਣਨੇ 'ਤੇ ਆ। ਪ੍ਰੇਮ ਸਹਿਤ ਆਪਾਂ ਸਰਵਣ ਕਰੀਏ। ਸਭ ਤੋਂ ਪਹਿਲਾਂ ਫਤਿਹ ਵੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰ ਸਾਰ ਭਾਉ ਕਲਮ ਕਰ ਚੇਤ ਲਿਖਾਰੀ ਗੁਰ ਪੁਸ ਲੇਖ ਵਿਚਾਰ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿਸ ਸਮੇਂ ਪੜ੍ਹਨ ਵਾਸਤੇ ਸਤਿਗੁਰੂ ਜੀ ਨੂੰ ਭੇਜਿਆ ਗਿਆ ਪਾਂਦੇ ਪਾਸ ਗੁਰੂ ਸਾਹਿਬ ਉਹ ਸੱਚ ਦਾ ਉਪਦੇਸ਼ ਵਾਹਿਗੁਰੂ ਪਰਮਾਤਮਾ ਨੂੰ ਮਿਲਣ ਦਾ ਗਿਆਨ ਸਮਝਾਉਣ ਵਾਸਤੇ ਜੋ ਉਪਦੇਸ਼ ਦੇ ਰਿਹਾ ਉਸ ਉਪਦੇਸ਼ ਵਿੱਚੋਂ ਉੱਤਮ ਗਿਆਨ ਜੋ ਆਪਾਂ ਸੁਣਨਾ ਸਮਝਣਾ ਗੁਰੂ ਸਾਹਿਬ ਪਰਿਪੂਰਨ ਪਰਮਾਤਮਾ ਪਰਮੇਸ਼ਰ ਨੂੰ ਮਿਲਣ ਦਾ ਉਪਦੇਸ਼ ਦੇ ਰਿਹਾ ਹੈ। ਦੁਨਿਆਵੀ ਪੜ੍ਹਾਈ ਵੀ ਬੜੀ ਜ਼ਰੂਰੀ ਹੈ ਕਿਉਂਕਿ ਦੁਨਿਆਵੀ ਪੜ੍ਹਾਈ ਤੋਂ ਸਾਨੂੰ ਅੱਖਰਾਂ ਦਾ ਬੋਧ ਪ੍ਰਾਪਤ ਹੁੰਦਾ ਪਰ ਜਿਹੜੀ ਪੜ੍ਹਾਈ ਗੁਰੂ ਨਾਨਕ ਮਹਾਰਾਜ ਨੇ ਸਾਨੂੰ ਦਿੱਤੀ ਹੋਈ ਜਿਹੜੀ ਸਤਿਗੁਰ ਨੇ ਗੁਰੂ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਹੋਇਆ ਆਪਣੇ ਜੀਵਨ ਨੂੰ ਸਫਲ ਕਰਨ ਵਾਸਤੇ ਆਪਣੇ ਕੀਮਤੀ ਜਨਮ ਨੂੰ ਬੇਅਰਥ ਨਾ ਗਵਾਇਆ ਜਾਵੇ ਇਹ ਗੁਣ ਗ੍ਰਹਿਣ ਕਰਨ ਵਾਸਤੇ ਗੁਰੂ ਸਾਹਿਬ ਗਿਆਨ ਦਿੰਦੇ ਜਿਹੜਾ ਸਾਨੂੰ ਸਾਡੇ ਸਰੀਰ ਦਾ ਮੋਹ ਸਤਾਈ ਜਾਂਦਾ।
ਜਿਹੜੀ ਸਾਨੂੰ ਸਾਡੇ ਸਰੀਰ ਦੀ ਹਉਮੈ ਸਤਾਈ ਜਾਂਦੀ, ਜਿਹੜੀ ਸਾਡੇ ਸਰੀਰ ਦੀ ਮੈਂ ਮੇਰੀ ਦੁਖੀ ਕਰੀ ਜਾਂਦੀ, ਉਸ ਮੈਂ ਮੇਰੀ ਤੋਂ ਬਚਣ ਵਾਸਤੇ, ਗਿਆਨ ਨੂੰ ਦ੍ਰਿੜ ਕਰਨ ਵਾਸਤੇ ਜੋ ਗੁਰੂ ਸਾਹਿਬ ਬਚਨ ਕਹਿ ਰਹੇ ਆ, ਕਿਉਂਕਿ ਗੁਰੂ ਬਾਣੀ ਪੜ੍ਹ ਸੁਣ ਕੇ ਛੱਡਣ ਵਾਸਤੇ ਨਹੀਂ, ਸਤਿਗੁਰੂ ਦੀ ਬਾਣੀ ਪੜ੍ਹਨੀ, ਫਿਰ ਸਤਿਗੁਰੂ ਦੀ ਬਾਣੀ ਨੂੰ ਸੁਣਨਾ, ਫਿਰ ਉਹਦੇ 'ਤੇ ਅਮਲ ਕਰਨਾ। ਪਹਿਲੋਂ ਪੜ੍ਹਨਾ, ਫਿਰ ਸੁਣਨਾ, ਫਿਰ ਅਮਲ ਕਰਨਾ, ਫਿਰ ਸਮਾਧੀ ਲਾਉਣੀ। ਪਹਿਲੋਂ ਸਤਿਗੁਰੂ ਦੀ ਬਾਣੀ ਪੜ੍ਹੇ ਸੁਣੇ, ਫਿਰ ਗੁਣ ਗ੍ਰਹਿਣ ਕਰੇ, ਫਿਰ ਮਨ ਸਥਿਤ ਕਰਕੇ ਉਸ ਪਰਮਾਤਮਾ ਨਾਲ ਪ੍ਰੇਮ ਕਰੇ। ਗੁਰੂ ਸਾਹਿਬ ਇਸ ਤਰ੍ਹਾਂ ਗਿਆਨ ਦੇ ਰਿਹਾ ਵੀ ਇਹ ਜਿਹੜਾ ਮੋਹ ਸਤਾਈ ਜਾ ਰਿਹਾ, ਇਹਨੂੰ ਸਾੜਨ ਦੀ ਜਾਚ ਸਿੱਖ ਲਵੇ, ਖਤਮ ਕਰਨ ਦੀ ਜਾਚ ਸਿੱਖ ਲਵੇ। ਜਿੰਨਾ ਚਿਰ ਤੱਕ ਸਰੀਰ ਸੰਸਾਰ ਦਾ ਮੋਹ, ਪਰਿਵਾਰ ਦਾ ਮੋਹ ਦੁਖੀ ਕਰੀ ਜਾ ਰਿਹਾ, ਉਹਨਾਂ ਚਿਰ ਤੱਕ ਗੱਲ ਗੁਰੂ ਦੀ ਸਮਝ ਵਿੱਚ ਨਹੀਂ ਆਉਂਦੀ, ਉਹਨਾਂ ਚਿਰ ਗੁਰੂ ਦਾ ਉਪਦੇਸ਼ ਸਾਡੇ ਪੱਲੇ ਨਹੀਂ ਪੈਂਦਾ। ਕਿਉਂਕਿ ਜਨਮਾਂ ਜਨਮਾਂਤਰਾਂ ਤੋਂ ਅਸੀਂ ਕੁਛ ਘਰ ਪਰਿਵਾਰ ਵਿੱਚੋਂ ਗਿਆਨ ਸਿੱਖਿਆ ਹੋਇਆ, ਜਾਣਕਾਰੀ ਪ੍ਰਾਪਤ ਕੀਤੀ ਹੋਈ, ਕੁਛ ਸੰਸਾਰ ਵਿੱਚੋਂ ਸਿੱਖਿਆ ਹੋਇਆ। ਗੁਰੂ ਪਾਸੋਂ ਜੋ ਨਹੀਂ ਸਿੱਖਿਆ ਹੋਇਆ ਉਹ ਗਿਆਨ ਦੇਣਾ ਚਾਹੁੰਦੇ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ। ਕਹਿੰਦੇ ਜੇ ਰੱਬ ਨਾਲ ਪ੍ਰੇਮ ਕਰਨਾ ਚਾਹੁੰਦੇ, ਜੋ ਜੇ ਕੀਮਤੀ ਜਨਮ ਨੂੰ ਬਰਬਾਦ ਹੋਣ ਤੋਂ ਬਚਾਉਣਾ ਚਾਹੁੰਦੇ, ਤੇ ਪਹਿਲੋਂ ਉਹ ਵਿਚਾਰਾਂ, ਉਹ ਦੁੱਖ, ਮੋਹ ਦੇ ਦੁੱਖ, ਹਉਮੈ ਦੇ ਦੁੱਖ, ਉਹਨਾਂ ਨੂੰ ਦੂਰ ਕਰਨ ਦੀ ਜਾਚ ਸਿੱਖੋ। ਜਾਲ ਮੋਹ ਕਾ ਸਮਸ ਕਰ, ਮਤ ਕਾਗਦ ਕਰ ਸਾਰ, ਭਾਵੋ ਕਲਮ ਕਰ ਚਿਤ ਲਿਖਾਰੀ, ਗੁਰ ਪੁਛ ਲਿਖ ਵਿਚਾਰ। ਮਤ ਜਿਹੜੀ ਆ, ਜਿਵੇਂ ਕਾਗਜ਼ ਉੱਤੇ ਲਿਖਿਆ ਜਾਂਦਾ, ਕਲਮ ਨਾਲ, ਸਿਆਹੀ ਦੁਆਰਾ ਲਿਖਿਆ ਜਾਂਦਾ, ਕਿਉਂਕਿ ਉਸ ਸਮੇਂ ਸਿਆਹੀ ਦੁਆਰਾ ਲਿਖਿਆ ਜਾਂਦਾ, ਹੁਣ ਤਾਂ ਪੈਨ ਪੈਨਸਲ, ਉਹ ਵੀ ਸਿਆਹੀ ਭਰੀ ਜਾਂਦੀ। ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਤੱਕ ਮੋਹ ਨੂੰ ਸਾੜ ਨਾ ਦਿੱਤਾ ਜਾਵੇ, ਮੋਹ ਨੂੰ ਜਿਵੇਂ ਸਿਆਹੀ ਨੂੰ ਦੁਆਤ 'ਚ ਪਾ ਕੇ, ਪਿਸਾ ਕੇ, ਪਾਣੀ ਪਾ ਕੇ ਤਿਆਰ ਕੀਤਾ ਜਾਂਦਾ, ਇਸੇ ਤਰ੍ਹਾਂ ਇਸ ਤਰ੍ਹਾਂ ਦੀ ਉੱਤਮ ਮੱਤ ਬਣਾ ਲਓ, ਇਸ ਤਰ੍ਹਾਂ ਦਾ ਕਾਗਜ਼ ਬਣਾ ਲਓ, ਇਸ ਤਰ੍ਹਾਂ ਦਾ ਹਿਰਦਾ ਬਣਾ ਲਓ, ਹਿਰਦਾ ਰੂਪੀ ਕਾਗਜ਼ ਬਣਾ ਲਓ। ਉਹਦੇ ਉੱਤੇ ਜੋ ਵਿਚਾਰ ਲਿਖਣੇ ਆ ਉਹ ਗੁਰੂ ਪਾਸੋਂ ਪੁੱਛ ਕੇ ਲਿਖੋ ਵੀ ਕੀ ਲਿਖਣਾ ਚਾਹੀਦਾ, ਹਿਰਦੇ ਦੇ ਅੰਦਰ ਕਿਹੜਾ ਗਿਆਨ ਪ੍ਰਕਾਸ਼ ਕਰ ਜਾਵੇ। ਉਹ ਦੁਨਿਆਵੀ ਵਿਚਾਰ, ਦੁਨਿਆਵੀ ਗਿਆਨ ਉੱਥੇ ਕੰਮ ਨਹੀਂ ਕਰਦਾ, ਉੱਥੇ ਕੰਮ ਕਰਦਾ ਗੁਰੂ ਦਾ ਗਿਆਨ। ਅਤੇ ਗੁਰਦੇਵ ਕਹਿੰਦੇ ਗੁਰੂ ਨੂੰ ਪੁੱਛ ਕੇ, ਗੁਰੂ ਦੇ ਉਪਦੇਸ਼ ਨੂੰ ਹਿਰਦੇ ਅੰਦਰ ਦ੍ਰਿੜ ਕਰਕੇ ਫਿਰ ਵਿਚਾਰ ਲਿਖਣ ਦਾ ਯਤਨ ਕਰ। ਜਿੰਨਾ ਚਿਰ ਤੱਕ ਇਹ ਵਿਚਾਰ ਨਹੀਂ ਲਿਖੇਗਾ, ਉਨਾ ਚਿਰ ਤੇਰੇ ਪੱਲੇ ਗੱਲ ਨਹੀਂ ਪਊਗੀ। ਤੈਨੂੰ ਆਪਣੇ ਆਪ ਦਾ ਪਤਾ ਨਹੀਂ ਲੱਗੂਗਾ, ਸੰਸਾਰ ਦਾ ਪਤਾ ਨਹੀਂ ਲੱਗੇਗਾ, ਸੰਸਾਰ ਦੇ ਦੁੱਖ ਸਤਾਉਣੋਂ ਨਹੀਂ ਹਟਣਗੇ, ਕਾਮਨਾਵਾਂ ਦੁਖੀ ਕਰਨੋਂ ਨਹੀਂ ਹਟਣਗੀਆਂ। ਜਿੰਨਾ ਚਿਰ ਤੱਕ ਇਹ ਗੱਲ ਨਹੀਂ ਸਮਝ ਆਵੇਗਾ, ਗੁਰ ਪੁਛ ਲਿਖ ਵਿਚਾਰ। ਜੇ ਵਿਚਾਰ ਲਿਖਣੀ ਆ ਮਨ ਉੱਤੇ, ਜੇ ਗਿਆਨ ਸਿੱਖਣਾ ਤਾਂ ਗੁਰੂ ਪਾਸੋਂ ਪੁੱਛ ਕੇ ਲਿਖ। ਜੇ ਚੰਗਾ ਬਣਨਾ ਚਾਹੁੰਦਾ ਤਾਂ ਫਿਰ ਗੁਰੂ ਗਿਆਨ ਦ੍ਰਿੜ ਕਰਕੇ ਲਿਖ। ਭਾਵੇਂ ਕਿ ਸਭ ਲੋਕ ਜਿਹੜੇ ਚਾਹੁੰਦੇ ਆ ਵੀ ਸਾਨੂੰ ਸੁੱਖ ਮਿਲ ਜਾਵੇ, ਸਭ ਲੋਕ ਚਾਹੁੰਦੇ ਆ ਅਸੀਂ ਮੁਕਤ ਹੋ ਜਾਈਏ, ਸੁਖੀ ਹੋ ਜਾਈਏ, ਇੰਡੀਪੈਂਡੈਂਟ ਹੋ ਜਾਈਏ, ਪਰ ਗੁਰੂ ਸਾਹਿਬ ਕਹਿੰਦੇ ਸੁਖੀ ਹੋਣਾ ਚਾਹੁੰਦੇ ਜੋ ਤੇ ਫਿਰ ਗੁਰੂ ਗਿਆਨ ਦ੍ਰਿੜ ਕਰੋ। ਸੁਖੀ ਹੋਣਾ ਚਾਹੁੰਦੇ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਉਪਦੇਸ਼ ਦ੍ਰਿੜ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਫਰਮਾਨ ਕਰਦੇ, ਸਹਿਜੇ ਨੂੰ ਸਭ ਕੁਝ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਹਰ ਕੋਈ ਚਾਹੁੰਦਾ ਮੈਨੂੰ ਸਹਿਜ ਅਵਸਥਾ ਪ੍ਰਾਪਤ ਹੋਵੇ, ਹਰ ਕੋਈ ਚਾਹੁੰਦਾ ਮੈਨੂੰ ਸ਼ਾਂਤੀ ਮਿਲ ਜਾਵੇ, ਹਰ ਕੋਈ ਚਾਹੁੰਦਾ ਮੇਰੀ ਤੜਪਣਾ ਮਿਟ ਜਾਵੇ, ਮਨ ਕਰਕੇ ਸੁਖੀ ਹੋ ਜਾਵਾਂ, ਤਨ ਕਰਕੇ ਸੁਖੀ ਹੋ ਜਾਵਾਂ, ਸੰਸਾਰ ਦੇ ਝਗੜੇ ਝੇੜੇ ਮੁੱਕ ਜਾਣ, ਹਿਰਦੇ ਅੰਦਰ ਅਗਿਆਨ ਦੇ ਵਿਚਾਰ ਕਰਕੇ
ਸਾੜਾ ਤੇ ਹਉਮੈ ਮੁੱਕ ਜਾਵੇ, ਸਦਾ ਵਾਸਤੇ ਮਹਾਨ ਆਨੰਦ ਦੀ ਪ੍ਰਾਪਤੀ ਹੋ ਜਾਵੇ। ਕਦੀ ਦੁੱਖ ਆਉਂਦਾ, ਕਦੀ ਸੁੱਖ ਆਉਂਦਾ, ਦੁੱਖ ਆਉਂਦਾ ਤੇ ਬਦਲ ਜਾਂਦਾ, ਸੁੱਖ ਆਉਂਦਾ ਤੇ ਬਦਲ ਜਾਂਦਾ। ਮੰਗਦੇ ਅਸੀਂ ਸੁੱਖ, ਪਰ ਥੋੜ ਚਿਰ ਸੁੱਖ ਦੇ ਬਦਲੇ ਵਿੱਚ ਸਭ ਕੁਝ ਖਤਮ ਕਰਨ ਦੀ ਥਾਂ ਉੱਤੇ ਗੁਰੂ ਗਿਆਨ ਸਿੱਖੇ। ਗੁਰਦੇਵ ਕਹਿੰਦੇ ਸਭ ਕੁਝ ਚਾਹੁੰਦੇ, ਹਰ ਕੋਈ ਚਾਹੁੰਦਾ ਮੈਂ ਚੰਗਾ ਬਣਾ, ਹਰ ਕੋਈ ਚਾਹੁੰਦਾ ਮੈਂ ਮੁਕਤ ਹੋ ਜਾਵਾਂ, ਹਰ ਕੋਈ ਚਾਹੁੰਦਾ ਮੈਨੂੰ ਕੋਈ ਦੁੱਖ ਨਾ ਵਿਆਪੇ। ਪਰ ਜੇ ਸੁੱਖਾਂ ਵਿੱਚ ਰਹਿਣਾ ਚਾਹੁੰਦੇ, ਜੇ ਉਹ ਮਹਾਨ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦੇ, ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਿਨ ਗੁਰ ਪਾਇਆ ਨਾ ਜਾਏ। ਜਿੰਨਾ ਚਿਰ ਗੁਰੂ ਪਾਸੋਂ ਗਿਆਨ ਨਾ ਸਿੱਖੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਵਚਨ ਹਿਰਦੇ ਅੰਦਰ ਨਾ ਵਸਣ, ਉਹਨਾਂ ਚਿਰ ਕੋਈ ਲਾਭ ਨਹੀਂ। ਜੇ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਪੜ੍ਹੀ ਜਾਵੇ, ਸੁਣ ਵੀ ਲਵੇ, ਇੱਕ ਕੰਨੇ ਸੁਣ ਕੇ ਦੂਜੇ ਕੰਨੇ ਕੱਢ ਦੇਵੇ, ਤੇ ਫਿਰ ਵੀ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਗੁਰਦੇਵ ਫਰਮਾਨ ਕਰਦੇ ਪੜ੍ਹ ਪੜ੍ਹ ਪੰਡਤ ਜੋਜ ਕੀ ਥੱਕੇ ਭੇਖੀ ਭਰਮ ਭੁਲਾਏ। ਨਾ ਭੇਖ ਨਾਲ, ਨਾ ਜ਼ਿਆਦੀ ਪੜ੍ਹਾਈ ਨਾਲ। ਸਤ ਸ਼ਾਸਤਰ ਕਹੇ ਮੈਂ ਪੜ੍ਹਿਆ ਤੇ ਅਮਲ ਨਾ ਕਰੇ, ਕਿ ਗੁਰੂ ਬਾਣੀ ਪੜ੍ਹੇ, ਕਿ ਗੁਰੂ ਬਾਣੀ ਸੁਣੇ ਤੇ ਮਨ ਹੋਰ ਤੇ ਹੋਵੇ ਤੇ ਰਸਨਾ ਨਾਲ ਪੜ੍ਹੀ ਜਾਵੇ। ਗੁਰਦੇਵ ਕਹਿੰਦੇ ਲਾਭ ਪ੍ਰਾਪਤ ਨਹੀਂ ਹੁੰਦਾ। ਲਾਭ ਪ੍ਰਾਪਤ ਕਰਨਾ ਚਾਹੁੰਦੇ ਜੋ, ਤੇ ਗੁਰੂ ਨਾਨਕ ਮਹਾਰਾਜ ਕਹਿੰਦੇ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ। ਸਭ ਤੋਂ ਪਹਿਲਾਂ ਜਾਤ ਸਿੱਖ ਲਾ, ਤੂੰ ਕੌਣ ਆ, ਇੱਥੇ ਕੀ ਕਰਨਾ ਆ, ਤੇ ਸਮਝ ਪਊਗੀ ਵੀ ਇਹ ਸਰੀਰ ਜਿਹਨੂੰ ਅਸੀਂ ਆਪਣਾ ਸਮਝ ਰਹੇ ਹਾਂ, ਇਹ ਥੋੜ੍ਹੇ ਸਮੇਂ ਵਾਹਿਗੁਰੂ ਨੇ ਸਾਨੂੰ ਦਿੱਤਾ ਹੋਇਆ, ਨਾਮ ਜਪਣ ਨੂੰ ਦਿੱਤਾ ਹੋਇਆ। ਜੇ ਅਸੀਂ ਭਰਮ ਵਿੱਚ ਪੈ ਕੇ, ਮਮਤਾ ਵਿੱਚ ਪੈ ਕੇ, ਹਉਮੈ ਨੂੰ ਜਣਾ ਕੇ ਸੰਸਾਰ ਜਗਤ ਉੱਤੇ ਵਿਚਰਦੇ ਰਹਾਂਗੇ, ਫਿਰ ਸਾਨੂੰ ਕੋਈ ਸੁੱਖ ਪ੍ਰਾਪਤ ਨਹੀਂ ਹੋਊਗਾ। ਜਿੰਨਾ ਚਿਰ ਇਹਨਾਂ ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਕੇ ਮਹਾਨ ਆਨੰਦ ਦੀ ਪ੍ਰਾਪਤੀ ਨਾ ਹੋਵੇ, ਜਿੰਨਾ ਚਿਰ ਇਹ ਨਾ ਜਾਚ ਆ ਜਾਵੇ ਵੀ ਦੁੱਖ ਸੁੱਖ ਬਦਲਦੇ ਰਹਿੰਦੇ ਆ, ਦੁੱਖ ਸੁੱਖ ਦੋਵੇਂ ਕੱਪੜੇ ਪਹਿਰੇ ਜਾਏ ਮਨੁੱਖ, ਇਹ ਤੇ ਅਦਲ ਬਦਲ ਹੁੰਦੀ ਰਹਿੰਦੀ ਆ, ਕਦੀ ਦੁੱਖ ਆ ਗਿਆ, ਕਦੀ ਸੁੱਖ ਆ ਗਿਆ। ਪਰ ਜੇ ਸਦੀਵੀ ਸੁੱਖ ਚਾਹੁੰਦੇ ਜੋ, ਜੇ ਚਾਹਵੇਂ ਸਦਾ ਸੁਖ ਭਾਈ, ਸਾਧੂ ਸੰਗਤ ਗੁਰੇ ਬਤਾਈ, ਫਿਰ ਸਾਧੂ ਜਨਾਂ ਦੀ ਸੰਗਤ ਕਰੋ। ਪੂਰਨ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਉਪਦੇਸ਼ ਨੂੰ ਚੰਗੀ ਤਰ੍ਹਾਂ ਸੁਣ ਕੇ, ਸਮਝ ਕੇ, ਪਕਾ ਕੇ ਫਿਰ ਅਮਲ ਕਰੋ, ਸੁਖੀ ਵਸੋਗੇ। ਸਤਿਗੁਰੂ ਜੀ ਇਸ ਤਰ੍ਹਾਂ ਗਿਆਨ ਦਿੰਦੇ ਸਾਨੂੰ ਵੀ ਸੁਖੀ ਹੋ ਜਾਓ, ਦੁੱਖ ਤੁਹਾਡੇ ਜਾਂਦੇ ਰਹਿਣ। ਜੇ ਤੁਸੀਂ ਗੁਰੂ ਨਾਲ ਵਾਰਤਾਲਾਪ ਨਹੀਂ ਕਰੋਗੇ, ਗੁਰੂ ਬਾਣੀ ਨੂੰ ਠੀਕ ਤਰ੍ਹਾਂ ਨਹੀਂ ਸਮਝੋਗੇ, ਸਤ ਸੰਗਤ 24 ਘੰਟਿਆਂ 'ਚੋਂ 2 ਘੰਟੇ ਨਹੀਂ ਕਰੋਗੇ, ਫਿਰ ਇਹ ਲਾਭ ਪ੍ਰਾਪਤ ਨਹੀਂ ਹੋਊਗਾ। ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਈ। ਜਿਹਦੇ 'ਤੇ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋ ਜਾਵੇ, ਜਿਹਦਾ ਪੂਰਬਲਾ ਚੰਗਾ ਹੋਵੇ, ਉਹਨੂੰ ਫਿਰ ਪਰਮੇਸ਼ਰ ਅੰਮ੍ਰਿਤ ਵੇਲਾ ਸਾਂਭਣ ਦੀ ਜਾਚ ਦੱਸ ਦਿੰਦਾ। ਉਹਨੂੰ ਫਿਰ ਭਗਵਾਨ 3 ਘੰਟੇ ਰਾਤ ਰਹਿੰਦਿਆਂ ਉਠਾ ਦਿੰਦਾ। ਉਹ ਫਿਰ ਬਾਹਰੀ ਕਿਰਿਆ ਕਰਨ ਉਪਰੰਤ ਜੋ ਸਤਿਗੁਰ ਦਾ ਹੁਕਮ ਆ, ਅੰਤਰਮੁਖ ਬਿਰਤੀ ਕਰਕੇ ਵਾਹਿਗੁਰੂ ਦਾ ਜਾਪ ਕਰਦਾ, ਬਾਰ-ਬਾਰ ਗੁਰੂ ਦਾ ਜਾਪ ਕਰਦਾ। ਪਰਮਾਤਮਾ ਦੇ ਗੁਣਾਂ ਨੂੰ ਜਾਣੇ ਤੇ ਵਾਹਿਗੁਰੂ ਦੇ ਹੁਕਮ ਵਿੱਚ ਜਿਹੜਾ ਰਵੇ, ਉਹ ਸਦਾ ਸੁਖੀ ਹੈ। ਸਤਿਗੁਰੂ ਜੀ ਇਸ ਤਰ੍ਹਾਂ ਜਦੋਂ ਗੁਰੂ ਬਾਣੀ ਬੋਲ ਰਿਹਾ ਆ, ਉਸ ਪਾਂਧੇ ਨੂੰ ਉਪਦੇਸ਼ ਦੇ ਰਿਹਾ, ਉਪਦੇਸ਼ ਸਾਡੇ ਵਾਸਤੇ ਹੈ। ਅਤੇ ਫਰਮਾਨ ਕਰਦੇ ਇਸ ਤਰ੍ਹਾਂ ਦਾ ਮਨ ਬਣਾ ਲਓ, ਇਸ ਤਰ੍ਹਾਂ ਦਾ ਹਿਰਦਾ ਬਣਾ ਲਓ, ਮੋਹ ਨੂੰ ਸਦਾ ਵਾਸਤੇ ਖਤਮ ਕਰ ਦਿਓ, ਸੁਖੀ ਵਸੋ। ਹਾਂਜੀ। ਲੇਖ ਨਾਮ ਸਲਾਹ, ਲੇਖ ਲਿਖ ਅੰਤ ਨ ਪਾਰਾਵਾਰ। ਸਤਿਗੁਰ ਕਹਿੰਦੇ ਇਹ ਜੋ ਕੁਝ ਲਿਖ ਰਹੇ ਉਹਦੇ ਬਦਲੇ ਵਿੱਚ ਵਾਹਿਗੁਰੂ ਦਾ, ਪਰਮੇਸ਼ਰ ਦਾ ਨਾਮ ਲਿਖ, ਪਰਮਾਤਮਾ ਦੀ ਸਿਫਤ ਸਲਾਹ ਲਿਖ। ਉਹ ਪਰਮਾਤਮਾ ਜਿਹੜਾ ਬੇਅੰਤ ਆ, ਅਨੰਤ ਆ, ਸਰਬ ਸ਼ਕਤੀਵਾਨ ਹੈ, ਉਹਦਾ ਜਸ ਗਾਇਆ ਕਰ, ਉਹਦਾ ਨਾਮ ਜਪਿਆ ਕਰ। ਭੁੱਲ ਕੇ ਵੀ ਉਹ ਚਿੰਤਨ ਨਾ ਕਰ, ਉਹ ਯਾਦਾਂ ਨਾ ਕਰ, ਉਹ ਹਿਰਦੇ ਵਿੱਚ ਵਿਚਾਰ ਨਾ ਲਿਆ, ਉਹ ਚਿੰਤਨ ਨਾ ਕਰ ਜਿਹੜਾ ਦਵੈਤ ਭਾਵ ਵਿੱਚ ਲੈ ਜਾਵੇ।
ਜਿਹੜਾ ਮੋਹ ਤੇ ਮਮਤਾ ਨੂੰ ਵਧਾ ਦੇਵੇ ਉਸ ਪਾਸੇ ਨਾ ਲੱਗ। ਲਿਖ ਪਰਮੇਸ਼ਰ ਦਾ ਨਾਮ ਲਿਖ, ਵਾਹਿਗੁਰੂ ਦੀ ਸਿਫਤ ਸਲਾਹ ਲਿਖ। ਸੁਖੀ ਰਹਿਣਾ ਚਾਹੁੰਦਾ ਤੇ ਉਸ ਪਰਮਾਤਮਾ ਨੂੰ, ਕਰਤਾਰ ਨੂੰ ਯਾਦ ਕਰ, ਬਾਰ ਬਾਰ ਚੇਤੇ ਕਰ, ਬਾਰ ਬਾਰ ਨਾਮ ਜਪਣਾ ਕਰ। ਇਹ ਚੰਗੀ ਤਰ੍ਹਾਂ ਦ੍ਰਿੜਤਾ ਤੇ ਵਿਸ਼ਵਾਸ ਰੱਖ ਕੇ ਗੁਰੂ ਦੀ ਬਾਣੀ, ਗੁਰੂ ਦੇ ਪਾਵਨ ਬਚਨਾਂ ਨੂੰ ਸਮਝ ਕੇ ਇਹ ਤਰੀਕਾ ਅਪਣਾਉਣਾ ਚਾਹੀਦਾ ਸਾਨੂੰ ਵੀ। ਗੁਰੂ ਸਾਹਿਬ ਗਿਆਨ ਦੇ ਰਿਹਾ ਵੀ ਇਹ ਜੁਗਤੀ ਹੱਥ ਵਿੱਚ ਸਾਡੇ ਆ ਜਾਵੇ। ਅਸੀਂ ਵਿਚਾਰ ਕਰਨੀ ਵੀ ਅਸੀਂ ਵੀ ਪਰਮੇਸ਼ਰ ਦਾ ਜਾਪ ਕਰਦੇ, ਅਸੀਂ ਵੀ ਪਰਮਾਤਮਾ ਦੀ ਸਿਫਤ ਸਲਾਹ ਕਰਦੇ, ਜਾਂ ਅਸੀਂ ਮੋਹ ਕਰਕੇ ਹਉਮੈ ਦੀ ਸਿਫਤ ਕਰੀ ਜਾਂਦੇ, ਜਾਂ ਮਮਤਾ ਕਰਕੇ ਸੰਸਾਰ ਦੀ ਸਿਫਤ ਕਰੀ ਜਾਂਦੇ, ਜਾਂ ਅਸੀਂ ਸਿਆਸਤ ਚਲਾ ਕੇ ਆਪਣਾ ਆਪਾਂ ਖਰਾਬ ਕਰੀ ਜਾਂਦੇ, ਜਾਂ ਸਾਰੀ ਦਿਹਾੜੀ ਵਿਚਾਰਾਂ ਸਾਡੀਆਂ ਖੋਖਲੇ ਰਹਿੰਦੀਆਂ, ਜਾਂ ਸਤਿਨਾਮ ਵਾਹਿਗੁਰੂ ਦਾ ਜਾਪ ਸਾਡੇ ਹਿਰਦੇ ਅੰਦਰ ਚੱਲਦਾ ਰਹਿੰਦਾ। ਜੇ ਚੱਲਦਾ ਰਹਿੰਦਾ ਤਾਂ ਅਸੀਂ ਗੁਰਮੁਖ ਅਖਵਾਉਂਦੇ, ਜੇ ਅਗਿਆਨ ਦੀਆਂ ਵਿਚਾਰਾਂ ਚੱਲਦੀਆਂ ਫਿਰ ਅਸੀਂ ਮਨਮੁਖ ਅਖਵਾਉਂਦੇ। ਇਸ ਲਈ ਗੁਰਦੇਵ ਕਹਿੰਦੇ ਇਹ ਤਰੀਕਾ ਅਪਣਾ ਲਿਆ ਜਾਵੇ। ਜਾਲ ਮੋਹ ਕਸ ਮਸ ਕਰ, ਮਤ ਕਾਗਜ਼ ਕਰ ਸਾਰ, ਭਾਉ ਕਰਮ ਕਰ ਚਿਤ ਲਖਾਰੀ, ਗੁਰ ਪੁੱਛ ਲਿਖ ਵਿਚਾਰ। ਜਿਹੜੀ ਵੀ ਵਿਚਾਰ ਵਿਚਾਰਨੀ ਆ ਉਹ ਗੁਰੂ ਦੀ ਬਾਣੀ ਨੂੰ ਪੜ੍ਹ ਕੇ, ਸੁਣ ਕੇ, ਸਤਸੰਗ ਕਰਕੇ ਉਹਦੇ 'ਤੇ ਵਿਚਾਰ ਕੀਤੀ ਜਾਵੇ। ਹੋਰ ਵਿਚਾਰਾਂ ਕਰੋਗੇ ਫਿਰ ਦੁਖੀ ਹੋਵੋਗੇ। ਸਤਿਗੁਰੂ ਦੇ ਸਾਨੂੰ ਉਪਦੇਸ਼ ਦੇ ਰਹੇ ਆ, ਇਹ ਤਾਂ ਸਾਡੇ ਆਪਣੇ ਸਮਝਣ ਦੀ ਗੱਲ ਹੈ। ਜੇ ਅਸੀਂ ਗੁਰੂ ਦੇ ਬਚਨ ਸਮਝਾਂਗੇ, ਜੇ ਸੱਚਾਈ ਜਾਣਾਂਗੇ, ਭਾਈ ਰੇ ਗੁਰਬਿਨ ਸਹਿਜ ਨਾ ਹੋਏ। ਗੁਰੂ ਸਾਹਿਬ ਕਹਿੰਦੇ ਜਿੰਨਾ ਚਿਰ ਤੱਕ ਗੁਰੂ ਦੀ ਸੰਗਤ ਨਸੀਬ ਨਹੀਂ ਹੁੰਦੀ, ਜਿੰਨਾ ਚਿਰ ਤੱਕ ਭੈ ਭਾਵ ਨਹੀਂ ਰੱਖ ਕੇ ਸਤਸੰਗ ਵਿੱਚ ਆ ਕਰਕੇ ਗੁਰੂ ਨਾਨਕ ਦੇ ਉਪਦੇਸ਼ ਨੂੰ ਨਹੀਂ ਸਮਝਦੇ, ਉਹਨਾਂ ਚਿਰ ਸੁਖੀ ਨਹੀਂ ਬਚ ਸਕੋਗੇ। ਸੁਖੀ ਰਹਿਣਾ ਚਾਹੁੰਦੇ ਜੇ, ਸ਼ਾਂਤ ਰਹਿਣਾ ਚਾਹੁੰਦੇ ਜੇ, ਫਿਰ ਸਤਸੰਗ ਕਰੋ, ਵਾਹਿਗੁਰੂ ਪ੍ਰੀਤਮ ਦੇ ਗੁਣਾਂ ਨੂੰ ਜਾਣਨਾ ਕਰੋ, ਵਾਹਿਗੁਰੂ ਦਾ, ਭਗਵਾਨ ਦਾ ਜਾਪ ਕਰੋ। ਤੇ ਜਾਪ ਵੀ ਕਿਵੇਂ ਕਰੋ? ਜੇ ਬਾਣੀ ਬੋਲਣੀ, ਜੇ ਬਾਣੀ ਸੁਣਨੀ, ਜੇ ਪਰਮੇਸ਼ਰ ਦਾ ਜਾਪ ਕਰਨਾ, ਭਗਵਾਨ ਦਾ ਨਾਮ ਲੈਣਾ। ਤੇ ਗੁਰੂ ਸਾਹਿਬ ਕਹਿੰਦੇ ਕਿਵੇਂ ਲਓ? ਸਹਿਜ ਅਵਸਥਾ ਵਿੱਚ ਪਹੁੰਚ ਕੇ, ਜਿੱਥੇ ਮੋਹ ਨਾ ਆਵੇ, ਜਿੱਥੇ ਮਮਤਾ ਨਾ ਆਵੇ, ਜਿੱਥੇ ਹੰਕਾਰ ਨਾ ਆਵੇ, ਸਹਿਜੇ ਗਾਵਿਆ ਥਾਈ ਪਵੇ। ਹੋਰ ਬੋਲੇ ਹੋਏ ਸ਼ਬਦ, ਹੋਰ ਬੋਲੇ ਹੋਏ ਅਗਿਆਨ ਦੇ ਵਿਚਾਰ, ਪਰਮਾਤਮਾ ਦੀ ਬਾਣੀ ਤੋਂ ਬਿਨਾਂ ਹੋਰ ਅਗਿਆਨ ਦੇ ਵਿਚਾਰ, ਦੁਬਦਾ ਭਾਵ, ਉਹਦਾ ਕੋਈ ਲਾਭ ਨਹੀਂ ਹੈ। ਜੇ ਰਸਨਾ ਦੁਆਰਾ ਪਰਮੇਸ਼ਰ ਦਾ ਜਾਪ ਕਰੇ ਤੇ ਹਿਰਦੇ ਦੁਆਰਾ ਨਾ ਜਾਪ ਕਰੇ, ਫਿਰ ਕੋਈ ਲਾਭ ਨਹੀਂ ਹੈ। ਗੁਰੂ ਸਾਹਿਬ ਸਿੱਖਿਆ ਦੇ ਰਿਹਾ, ਸਹਿਜੇ ਗਾਵਿਆਂ ਥਾਈ ਪਵੇ। ਪਰਮਾਤਮਾ ਦੀ ਦਰਗਾਹ 'ਚ ਮਨਜ਼ੂਰ ਹੋ ਜਾਂਦਾ ਜਿਹੜਾ ਸੱਚ ਝੂਠ ਦੀ ਪਰਖ ਕਰਕੇ ਪਹਿਲੋਂ ਸਰੀਰ ਤੋਂ ਉੱਪਰ ਉੱਠ ਜਾਵੇ, ਅੰਤਰਾਤਮੇ ਪਰਮਾਤਮਾ ਨੂੰ ਯਾਦ ਕਰੇ, ਫਿਰ ਉਹਦਾ ਗਾਵਿਆ ਹੋਇਆ, ਨਾਮ ਜਪਿਆ ਹੋਇਆ, ਗੁਰੂ ਮੰਤਰ ਦੀ ਆਰਾਧਨਾ ਕੀਤੀ ਹੋਈ ਥਾਂ ਪੈਂਦੀ, ਲਾਭ ਹੁੰਦਾ, ਭੰਡਾਰੇ ਭਰੇ ਜਾਂਦੇ ਨਾਮ ਦੇ। ਇਸ ਕਰਕੇ ਜ਼ੋਰ ਦੇ ਕੇ ਸਮਝਾਉਂਦੇ ਆ ਵੀ ਇਹ ਦ੍ਰਿੜ ਕਰ ਲਵੇ, ਸਹਿਜੇ ਗਾਵਿਆ ਥਾਂ ਪਵੇ, ਬਿਨ ਸਹਿਜੇ ਕਥਨੀ ਬਾਈ। ਸਹਿਜ ਅਵਸਥਾ ਤੋਂ ਬਿਨਾਂ ਹੋਰ ਕੀਤੀਆਂ ਹੋਈ ਵਿਚਾਰ ਉਹ ਕਿਸੇ ਥਾਂ ਨਹੀਂ ਪੈਂਦੀਆਂ, ਉਹ ਬੇਅਰਥ ਚਲੇ ਜਾਂਦੀਆਂ। ਜਿਹਨੂੰ ਗੁਰੂ ਸਾਹਿਬ ਕਹਿੰਦੇ ਵਾਦੋ ਵਾਦ ਕਹੰਸੋ ਨ ਕੀਜੇ, ਰਸਨਾ ਰਾਮ ਹਰਿ ਕਾ ਰਸ ਲੀਜੇ। ਬਾਕੀ ਗੱਲਾਂ, ਬਾਕੀ ਵਿਚਾਰਾਂ ਉਹ ਕਰਨ ਦੀ ਥਾਂ ਉੱਤੇ ਭਗਵਾਨ ਦਾ ਨਾਮ ਜਪੇ, ਵਾਹਿਗੁਰੂ ਦਾ ਜਾਪ ਕਰੇ, ਉਹ ਥਾਂ ਪਊਗਾ। ਉਹ ਲਿਖਿਆ ਹੋਇਆ ਲੇਖੇ ਵਿੱਚ ਪੈ ਜਾਊਗਾ, ਉਹ ਲੋਕ ਵਿੱਚ ਵੀ ਕੰਮ ਆ ਜਾਊਗਾ, ਉਹ ਪਰਲੋਕ ਵਿੱਚ ਵੀ ਕੰਮ ਆ ਜਾਊਗਾ। ਤੇ ਨਹੀਂ ਤੇ ਫਿਰ ਬਿਨ ਸਹਿਜੇ ਕਥਨੀ ਬਾਤ, ਹੋਰ ਗੱਲਾਂ, ਹੋਰ ਵਿਚਾਰਾਂ, ਵਾਦ ਕਿਹਾ ਜਾ ਸਕਦਾ। ਗੁਰੂ ਦੀ ਵਿਚਾਰ ਨਹੀਂ ਕਹੀ ਜਾ ਸਕਦੀ, ਗੁਰੂ ਦੀ ਬਖਸ਼ਿਸ਼ ਨਹੀਂ ਕਹੀ ਜਾ ਸਕਦੀ। ਗੁਰੂ ਜਪਣਾ, ਪਰਮੇਸ਼ਰ ਦਾ ਜਾਪ ਕਰਨਾ, 24 ਘੰਟੇ ਚਿੱਤ ਬਿਰਤੀ ਭਗਵਾਨ ਨਾਲ ਲਾਉਣੀ, ਇਹੋ ਹੀ ਅਸਲ ਸੱਚਾਈ ਹੈ। ਕਿਵੇਂ ਜਪੇ? ਸਤਿਗੁਰੂ ਨਾਨਕ ਮਹਾਰਾਜ ਸਮਝਾ ਰਿਹਾ। ਹਾਂਜੀ, ਬਾਬਾ ਇਹੋ ਲੇਖਾ ਲਿਖ ਜਾਨ,
ਜਿਥੇ ਲੇਖਾ ਮੰਗੀਏ ਤਿਥੇ ਹੋਏ ਸੱਚਾ ਨਿਸ਼ਾਨ। ਸਤਿਗੁਰੂ ਜੀ ਖੋਲ ਕੇ ਦੱਸ ਰਿਹਾ ਭਈ ਲੇਖਾ ਦੇਣਾ ਸੁਹੇਲਾ, ਤਾਂ ਸੁਖੀ ਹੋਗੇ, ਤਾਂ ਲੇਖਾ ਦੇਣਾ ਜਾਇਜ਼ ਹੋਊਗਾ ਜੇ ਵਾਹਿਗੁਰੂ ਪ੍ਰੀਤਮ ਦਾ ਨਾਮ, ਪਰਮੇਸ਼ਰ ਦਾ ਨਾਮ ਹਿਰਦੇ ਅੰਦਰ ਹੋਊਗਾ। ਜੇ ਬਾਰ-ਬਾਰ ਗੁਰੂ ਮੰਤਰ ਦੀ ਆਰਾਧਨਾ ਕੀਤੀ ਜਾਵੇ, ਕਿਉਂਕਿ ਜਿੱਥੇ ਲੇਖੇ ਦਾ ਜੋੜ ਹੋਣਾ, ਇੱਥੇ ਕੀਤੀ ਹੋਈ ਕਮਾਈ ਦਾ ਉੱਥੇ ਮੁੱਲ ਪੈਣਾ। ਇਸ ਲਈ ਸਾਨੂੰ ਕਮਾਈ ਨਾਮ ਦੀ ਕਰਨੀ ਚਾਹੀਦੀ ਹੈ, ਜਾਪ ਭਗਵਾਨ ਦਾ ਕਰਨਾ ਚਾਹੀਦਾ, ਚਿੱਤ ਬਿਰਤੀ ਇਕਾਗਰ ਕਰਕੇ ਵਾਹਿਗੁਰੂ ਦਾ ਜਾਪ 24 ਘੰਟੇ ਕਰਦੇ ਰਹਿਣਾ ਚਾਹੀਦਾ, ਬਾਰ-ਬਾਰ ਕਰਦੇ ਰਹਿਣਾ ਚਾਹੀਦਾ। ਪੰਚਮ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹੀ ਬਾਰੰਬਾਰ ਬਾਰ ਪ੍ਰਭ ਜਪੀਏ, ਪੀਏ ਅੰਮ੍ਰਿਤ ਮਨ ਤਨ ਧਰਪੀਏ। ਬਾਰ-ਬਾਰ ਗੁਰੂ ਮੰਤਰ ਦੀ ਆਰਾਧਨਾ ਕਰਨੀ, ਇੱਧਰ ਉੱਧਰ ਮਨ ਦੇ ਖਿਆਲ ਜਾਣ, ਫਿਰ ਉਹਨੂੰ ਰੋਕ ਕੇ ਲਿਆਉਣਾ। ਸਤਿਗੁਰੂ ਨਾਨਕ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝਣਾ, ਸਰਬ ਵਿਆਪਕ ਸਮਝਣਾ, ਕਿਉਂਕਿ ਪਰਮੇਸ਼ਰ ਸਾਡੇ ਅੰਦਰ ਵੀ ਆ, ਬਾਹਰ ਵੀ ਆ, ਹਰ ਜਗ੍ਹਾ ਉੱਤੇ ਰਹਿੰਦਾ, ਪੂਰਨ ਦਾ ਪੂਰਨ ਹੈ। ਜੇ ਇਸ ਤਰੀਕੇ ਦੇ ਨਾਲ ਅਸੀਂ ਜਾਪ ਕਰਾਂਗੇ ਫਿਰ ਥਾਂ ਪਊਗਾ, ਲੋਕ ਵਿੱਚ ਸੁਖੀ ਰਵਾਂਗੇ, ਪਰਲੋਕ ਵਿੱਚ ਸੁਖੀ ਰਵਾਂਗੇ। ਅਤੇ ਜਦੋਂ ਵੀ ਸਭਾ ਵਿੱਚ ਬੈਠਦੇ, ਲੋਕਾਂ ਨਾਲ ਵਿਚਰਦੇ, ਗੱਲਾਂ ਬਾਤਾਂ ਕਰਦੇ, ਅਤੇ ਗੁਰੂ ਦੇ ਬਚਨਾਂ ਨੂੰ ਧਿਆਨ ਦਿੰਦੇ ਹੋਏ ਸਾਨੂੰ ਪਰਮਾਤਮਾ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਲੇਖ ਨਾਮ ਸਲਾਹ ਲੇਖ ਪਰਮੇਸ਼ਰ ਦਾ ਜਸ ਕਰਨਾ ਚਾਹੀਦਾ। ਹੋਰ ਕਾਰ ਵਿਹਾਰ ਕਰਾਂਗੇ, ਹੋਰ ਗੱਲਾਂ ਕਰਾਂਗੇ, ਅਤੇ ਫਿਰ ਮਨ ਦੁਨਿਆਵੀ ਬਣ ਜਾਵੇਗਾ। ਫਿਰ ਕਮਾਈ ਦੁਨਿਆਵੀ ਕੰਮ ਨਹੀਂ ਆਵੇਗੀ। ਅਤੇ ਜੇ ਪਰਮੇਸ਼ਰ ਦਾ ਜਾਪ ਕਰਾਂਗੇ, ਨਾਮ ਦੇ ਭੰਡਾਰੇ ਭਰਾਂਗੇ, ਉਹ ਸਾਡੇ ਕੰਮ ਆਉਣਗੇ। ਅਤੇ ਕਿਉਂ ਨਾ ਫਿਰ ਹੋਰ ਫੁਰਨੇ ਮਨ ਵਿੱਚ ਫੁਰਦੇ ਰਹਿਣ, ਉਹਨਾਂ ਦੀ ਥਾਂ 'ਤੇ ਭਗਵਾਨ ਦਾ ਜਾਪ ਕਰੀਏ, ਵਾਹਿਗੁਰੂ ਦਾ ਜਸ ਕਰੀਏ। ਕਿਉਂ ਨਾ ਸਤਿਗੁਰੂ ਨਾਨਕ ਮਹਾਰਾਜ ਦੇ ਗਿਆਨ ਨੂੰ ਦ੍ਰਿੜ ਕਰਕੇ ਸੱਚ ਦੀ ਖੋਜ ਕਰੀਏ, ਪਰਮੇਸ਼ਰ ਦੀ ਸਲਾਹ ਲਿਖੀਏ, ਭਗਵਾਨ ਦਾ ਜਾਪ ਕਰੀਏ। ਹਾਂਜੀ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿਕੇ ਨਿਕਲ ਹੈ ਜਿਨ ਮਨ ਸਚਾ ਨਾਉ। ਸਤਿਗੁਰੂ ਸਪਸ਼ਟ ਕਰ ਰਿਹਾ ਬਈ ਲੋਕ ਛੱਡ ਕੇ ਪਰਲੋਕ ਕੋਈ ਜਾਓਗੇ, ਉੱਥੇ ਤੁਹਾਡੀ ਜੈ ਜੈਕਾਰ ਹੋਵੇ। ਉਹ ਤੁਹਾਡੇ ਮੱਥੇ 'ਤੇ ਨਾਮ ਦਾ ਪਿਆ ਹੋਇਆ ਨਿਸ਼ਾਨ, ਜਿਵੇਂ ਕੋਈ ਮਿਲਟਰੀ 'ਚ ਭਰਤੀ ਹੁੰਦਾ ਅਤੇ ਉਹਦੇ ਲੱਗਾ ਹੋਇਆ ਮੋਢੇ 'ਤੇ ਨਿਸ਼ਾਨ ਦੱਸਦਾ ਵੀ ਇਹਦੇ ਕੋਲ ਇਹ ਰੰਗ ਆ। ਇਸ ਤਰ੍ਹਾਂ ਗੁਰਦੇਵ ਕਹਿੰਦੇ ਜਿਨ੍ਹਾਂ ਨਾਮ ਜਪਿਆ ਹੋਇਆ ਉਹਦੇ ਮੱਥੇ 'ਤੇ ਸੱਚ ਦਾ ਨਿਸ਼ਾਨ ਹੈ, ਉੱਥੇ ਉਹਦੀ ਸ਼ੋਭਾ ਹੋਊਗੀ, ਉਹਦਾ ਜਸ ਹੋਊਗਾ। ਅਤੇ ਜੇ ਇੱਥੇ ਰਹਿ ਕਰਕੇ ਨਾਮ ਨਹੀਂ ਜਪੋਗੇ, ਹੋਰ ਵਾਦੋ-ਵਾਦ ਝਗੜਿਆਂ 'ਚ ਪਏ ਰਹੋਗੇ, ਅਤੇ ਫਿਰ ਤੁਹਾਨੂੰ ਕਦੀ ਵੀ ਕੋਈ ਲਾਭ ਪ੍ਰਾਪਤ ਨਹੀਂ ਹੋਊਗਾ। ਇਸ ਲਈ ਗੁਰਦੇਵ ਕਹਿੰਦੇ ਜੇ ਇਹ ਜੁਗਤੀ ਹੱਥ ਵਿੱਚ ਆ ਜਾਵੇ, ਸਹਿਜੇ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਗ। ਕਿਵੇਂ ਨਾਮ ਜਪੇ, ਮਨ ਸ਼ਾਂਤ ਹੋਵੇ, ਵੈਰਾਗ ਅਤੇ ਤਿਆਗ ਦੀ ਜਾਚ ਆ ਜਾਵੇ। ਜਾਚ ਆ ਜਾਵੇ ਸੰਗਤ ਕਿਹਦੀ ਕਰਨੀ ਆ, ਜਾਚ ਆ ਜਾਵੇ ਕਿਹੜੀਆਂ ਵਸਤਾਂ ਦਾ ਤਿਆਗ ਕਰਨਾ, ਜਾਚ ਆ ਜਾਵੇ ਕਿਹਨੂੰ ਅਪਣਾਉਣਾ। ਜਿਵੇਂ ਆਪਾਂ ਕਿਸਾਨ ਲੋਕ ਖੇਤੀ ਬੀਜਦੇ, ਅਤੇ ਜੇ ਉਹਦੇ 'ਚ ਨਦੀਨ ਘਾਹ ਬੂਟ ਵੱਧ ਉਗਾਵੇ ਅਤੇ ਫਸਲ ਕਮਜ਼ੋਰ ਹੋ ਜਾਂਦੀ, ਅਤੇ ਜੇ ਉਹਨੂੰ ਚੁਣ ਕੇ ਕੱਢ ਦਿੱਤਾ ਜਾਵੇ ਤਾਂ ਝਾੜ ਵੱਧ ਜਾਂਦਾ, ਬੂਟਾ ਪ੍ਰਫੁੱਲਤ ਹੁੰਦਾ। ਜੇ ਸਾਡੇ ਅੰਦਰ ਮੋਹ ਅਤੇ ਕਾਮਨਾ ਦੀ ਵਿਚਾਰ ਆ, ਜੇ ਸਾਡੇ ਅੰਦਰ ਲੋਭ ਅਤੇ ਹਉਮੈ ਦੀ ਵਿਚਾਰ ਆ, ਜੇ ਸਾਡੇ ਅੰਦਰ ਦਵੈਤ ਅਤੇ ਈਰਖਾ ਦੇ ਖਿਆਲ ਰਹਿੰਦੇ, ਫਿਰ ਅਸੀਂ ਕਦੀ ਵੀ ਸੁਖੀ ਨਹੀਂ ਬਚ ਸਕਦੇ। ਗੁਰੂ ਸਾਹਿਬ ਕਹਿੰਦੇ ਇਹ ਸੱਚਾਈ ਨੂੰ ਜਾਣ ਲੈ, ਸਹਿਜ ਹੀ ਭਗਤ ਉਪਜੇ, ਸਹਿਜ ਪਿਆਰ ਬੈਰਾਗ। ਪ੍ਰੀਤਮ ਨਾਲ ਪ੍ਰੇਮ, ਪਰਮੇਸ਼ਰ ਨਾਲ ਮੇਲ ਤਦ ਹੋਊਗਾ ਜੇ ਸ਼ਾਂਤੀ ਦੀ ਜਾਚ ਆ ਜੂਗੀ, ਸਬਰ ਦੀ ਜਾਚ ਆ ਜੂਗੀ, ਸੰਤੋਖ ਦੀ ਜਾਚ ਆ ਜੂਗੀ। ਜੋ ਕੁਝ ਕਰੇ ਸੋ ਭਲਾ ਕਰ ਮਨੀ, ਇਹ ਜਦੋਂ ਜਾਚ ਆ ਉਦੋਂ ਅਸੀਂ ਸਦਾ ਸੁਖੀ ਹਾਂ। ਉਦੋਂ ਪ੍ਰਭੂ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਅੰਦਰ ਵਸ ਰਿਹਾ,
ਤੇ ਜੇ ਅਸੀਂ ਇਸ ਸੱਚਾਈ ਨੂੰ ਨਹੀਂ ਸਮਝਿਆ ਫਿਰ ਸਾਡੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਵਸ ਰਿਹਾ। ਕਿਉਂਕਿ ਮਨ ਵੀ ਪਰਮੇਸ਼ਰ ਦਾ ਜਾਪ ਕਰੇ, ਹਿਰਦਾ ਪਰਮਾਤਮਾ ਦਾ ਜਾਪ ਕਰੇ, ਰਸਨਾ ਵਾਹਿਗੁਰੂ ਦਾ ਜਾਪ ਕਰੇ ਤੇ ਦ੍ਰਿੜ ਕਰ ਲਵੇ ਵੀ ਇਹ ਸਰੀਰ ਸੰਸਾਰ ਸਦਾ ਵਾਸਤੇ ਨਹੀਂ ਹੈ। ਇਹ ਮੰਗਾਂ ਮੰਗਣ ਦੀ ਥਾਂ ਉੱਤੇ ਲੇਖ ਨਾਮ ਸਲਾਹ ਲੇਖ। ਜਾਜ ਦੱਸ ਰਿਹਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਇਸ ਤਰ੍ਹਾਂ ਜਾਚ ਸਿੱਖਾਂਗੇ ਤੇ ਸਦਾ ਸੁਖੀ ਵਸਾਂਗੇ। ਹਾਂਜੀ। ਕਰਮ ਮਿਲੇ ਤਾਂ ਪਾਈਐ, ਨਹੀਂ ਗੱਲੀ ਵਾਉ ਦੁਆਉ। ਗੁਰਦੇਵ ਸਮਝਾ ਰਿਹਾ ਵੀ ਸਤਿਗੁਰੂ ਦੀ ਕਿਰਪਾ ਬਖਸ਼ਿਸ਼ ਹੋਵੇ, ਭਾਗ ਚੰਗੇ ਹੋਣ, ਪੂਰਬਲਾ ਚੰਗਾ ਹੋਵੇ ਤੇ ਫਿਰ ਸਾਨੂੰ ਅੰਮ੍ਰਿਤ ਵੇਲਾ ਸਾਂਭਣ ਦੀ ਜਾਚ ਆਉਂਦੀ, ਫਿਰ ਸਾਨੂੰ ਗੁਰੂ ਘਰ ਆਉਣ ਦੀ ਜਾਚ ਆਉਂਦੀ, ਫਿਰ ਸਾਨੂੰ ਸਤਿਗੁਰੂ ਨਾਨਕ ਦੇ ਪਾਵਨ ਬਚਨ ਸਮਝਣ ਦਾ ਵਾੜ ਆਉਂਦਾ। ਜੇ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਨਾ ਹੋਵੇ, ਕਾਰ ਵਿਹਾਰ ਤੇ ਸਾਰੀ ਦਿਹਾੜੀ ਆਪਾਂ ਕਰਨਾ ਹੀ ਕੋਈ ਨਾ ਕੋਈ, ਪਰ ਹੱਥਾਂ ਨਾਲ ਕਰ ਕਰਕੇ ਮਨ ਤੇ ਹਿਰਦਾ ਰੱਬ ਦਾ ਜਾਪ ਕਰੇ। ਇਹ ਚੰਗੇ ਭਾਗ ਹੋਣ, ਕਰਮ ਚੰਗੇ ਹੋਣ, ਪੂਰਬਲਾ ਚੰਗਾ ਹੋਵੇ। ਕਿਉਂਕਿ ਕਈ 84 ਲੱਖ ਉਹਨਾਂ ਤੋਂ ਬਾਅਦ ਸਾਨੂੰ ਮਿਲਿਆ ਇਹ ਕੀਮਤੀ ਜੀਵਨ, ਤੇ ਜੇ ਅਸੀਂ ਇਵੇਂ ਹੀ ਇਹ ਬਰਬਾਦ ਕਰਕੇ ਚਲੇ ਗਏ, ਸਵਾਸ ਸਾਂਭੇ ਨਹੀਂ, ਬੇਅਰਥ ਚਲੇ ਗਏ, ਫਿਰ ਸਾਨੂੰ ਕੋਈ ਲਾਭ ਨਹੀਂ ਹੋਊਗਾ। ਇਸ ਤਰ੍ਹਾਂ ਗੁਰੂ ਸਾਹਿਬ ਸਿੱਖਿਆ ਦੇ ਰਿਹਾ, ਆਪਾਂ ਦੇ ਨੂੰ ਸਾਨੂੰ ਸਿੱਖਿਆ ਦੇ ਰਿਹਾ। ਆਪਾਂ ਵੀ ਸਿੱਖਣਾ ਪਏ ਅਸੀਂ ਕਿੰਨਾ ਚਿਰ ਪਰਮੇਸ਼ਰ ਦਾ ਜਾਪ ਕਰਦੇ, ਕਿੰਨਾ ਚਿਰ ਮਨ ਸਾਡਾ ਸ਼ਾਂਤ ਰਹਿੰਦਾ, ਕਿੰਨਾ ਚਿਰ ਮਨ ਸਾਡਾ ਅਸ਼ਾਂਤ ਰਹਿੰਦਾ, ਕਿੰਨਾ ਚਿਰ ਅਸੀਂ ਤਨ ਨੂੰ ਲੈ ਕੇ ਹੀ ਦੁਖੀ ਰਹਿੰਦੇ। ਭਗਵਾਨ ਨਾਲ ਜੁੜਨ ਦੀ ਥਾਂ ਉੱਤੇ ਸੰਸਾਰ ਨਾਲ ਜੁੜੇ ਰਹਿੰਦੇ, ਕਿਉਂਕਿ ਸੱਚਾਈ ਜਾਣਦੇ ਨਹੀਂ ਕਿ ਇਹ ਸਰੀਰ ਤੇ ਸਦਾ ਰਹਿਣ ਵਾਲਾ ਨਹੀਂ। ਇਸ ਕਰਕੇ ਇਹਦੇ ਪਿੱਛੇ ਲੱਗ ਕੇ ਦੁਖੀ ਹੋਣ ਦੇ ਥਾਂ ਉੱਤੇ ਪਰਮਾਤਮਾ ਦਾ, ਭਗਵਾਨ ਦਾ ਜਾਪ ਕੀਤਾ ਜਾਵੇ। ਇੱਕ ਆਵੇ ਇੱਕ ਜਾਹੇ, ਉਠ ਰੱਖੀਏ ਨਾਮ ਸਲਾਰ। ਇੱਕ ਉਪਾਏ ਮੰਗਤੇ, ਇੱਕ ਨਾ ਵੱਡੇ ਦਰਬਾਰ। ਸਤਿਗੁਰੂ ਜੀ ਇੱਕ ਇੱਕ ਕਰਕੇ ਸਮਝਾ ਰਹਿੰਦੇ ਰਹਿਆ ਭਈ ਸੰਸਾਰ ਜੁੱਤੇ ਜੀਵ ਆਉਂਦੇ ਤੇ ਜਾਂਦੇ, ਜੰਮਦੇ ਤੇ ਮਰਦੇ। ਇੱਕ ਉਹ ਲੋਕ ਜਿਹੜੇ ਪਰਮੇਸ਼ਰ ਦਾ ਜਾਪ ਕਰਦੇ, ਉਹ ਗੁਰਮੁਖ ਕਹਾਉਂਦੇ। ਇੱਕ ਉਹ ਲੋਕ ਜਿਨ੍ਹਾਂ ਨੂੰ ਭਗਵਾਨ ਦਾ ਪਤਾ ਨਹੀਂ ਹੈ, ਪਰਮਾਤਮਾ ਦੀ ਜਾਣਕਾਰੀ ਨਹੀਂ ਹੈ, ਸਤਸੰਗ ਕੀਤੀ ਨਹੀਂ ਹੈ, ਗੁਰੂ ਦੇ ਪਿਆਰਿਆਂ ਨਾਲ ਉਹਦਾ ਮਿਲਾਪ ਨਹੀਂ ਹੈ, ਧੰਨ ਗੁਰੂ ਨਾਨਕ ਮਹਾਰਾਜ ਦੇ ਪਾਵਨ ਬਚਨਾਂ ਦੇ ਭਾਵ ਅਰਥਾਂ ਨੂੰ ਸਮਝਿਆ ਨਹੀਂ ਹੈ, ਉਹੀ ਜੰਮਦੇ ਮਰਦੇ ਹੁੰਦੇ ਸੰਸਾਰ ਜਗਤ ਉੱਤੇ। ਉਹ ਉਸੇ ਚੱਕਰ 'ਚ ਪੈ ਰਹਿੰਦੇ। ਤੇ ਜਿਹੜੇ ਗੁਰਮੁਖ ਬਣ ਜਾਂਦੇ, ਗੁਰੂ ਦੀ ਮੱਤ ਗ੍ਰਹਿਣ ਕਰਦੇ, ਉਹ ਸਦਾ ਵਾਸਤੇ ਸੁਖੀ ਰਹਿੰਦੇ। ਵਿਚਾਰ ਆਪਾਂ ਆਪ ਕਰਨੇ ਵੀ ਅਸੀਂ ਸਦਾ ਸੁਖੀ ਰਹਿਣਾ ਚਾਹੁੰਦੇ ਹਾਂ, ਅਸੀਂ ਪਰਮਾਤਮਾ ਦਾ ਜਾਪ ਕਰਕੇ ਸਦਾ ਆਨੰਦਿਤ ਰਹਿਣਾ ਚਾਹੁੰਦੇ, ਜਾਂ ਵਾਦ-ਵਿਵਾਦ ਵਿੱਚ ਪੈ ਕੇ, ਝਗੜਿਆਂ ਵਿੱਚ ਪੈ ਕੇ ਦੁਖੀ ਰਹਿਣਾ ਚਾਹੁੰਦੇ। ਦੁਖੀ ਹੋਣਾ ਜਾਂ ਸੁਖੀ, ਇਹ ਸਾਡਾ ਆਪਣਾ ਕੰਮ। ਸਤਿਗੁਰੂ ਤੇ ਸਾਨੂੰ ਸੇਵਾ ਤੇ ਸਿਮਰਨ ਤੇ ਜ਼ੋਰ ਦਿੰਦੇ, ਸਮਝਾਉਂਦੇ ਬਾਰ-ਬਾਰ, ਤੇ ਗਿਆਨ ਦ੍ਰਿੜ ਕਰਾਉਂਦੇ ਵੀ ਸੱਚ ਦੀ ਖੋਜ ਕਰੋ, ਉਸ ਵਾਹਿਗੁਰੂ ਪਰਮਾਤਮਾ ਨੂੰ ਯਾਦ ਕਰੋ। ਬਾਕੀ ਜਿਹੜੇ ਆ ਰਹੇ ਖਿਆਲ, ਉਹਨਾਂ ਦਾ ਤਿਆਗ ਕਰ ਦਿਓ। ਉਹਨਾਂ ਦਾ ਤਿਆਗ ਕਰੋਗੇ, ਸੱਚ ਦੀ ਖੋਜ ਕਰੋਗੇ, ਸੁਖੀ ਵਸੋਗੇ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ, ਗੁਰੂ ਦੇ ਵਿਚਾਰ ਸਾਡੇ ਦੇ ਅੰਦਰ ਪ੍ਰਵੇਸ਼ ਕਰ ਜਾਣ। ਸਤਿਗੁਰੂ ਜੀ ਦੀ ਇਹ ਮਹਾਨ ਬਾਣੀ ਦੀ ਵਿਚਾਰ ਕਰਦਿਆਂ ਅਨੇਕ ਗਲਤੀਆਂ ਹੋ ਜਾਂਦੀਆਂ, ਸਤਿਗੁਰ ਤੇ ਸੰਗਤ ਬਖਸ਼ਣ ਹਾਰ ਹੈ। ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।